जी महला पहला। वाइन चेले नचन गुर, पैर हलाइन फेरन सिर। उड उड रावां झाटै पाए, वेखै लोक हसै घर जाए। रोटियां कारण पूरै ताल, आप पछाड़ै धरती नाल। गावन गोपियां गावन कान, गावन सीता राजे राम। निरभौ निरंकार सच नाम, जाका किया सगल जहान। सेवक सेवै कर्म चढ़ाओ, भिन्नी रैण जिन्ना मन चाओ। सिखी सिखिया गुर विचार, नदरी कर्म लंघाए पार। कोलू चरखा चक्की चक, थाल वारोले बहुत अनंत। लाडू माधाणियाँ अनगा, पंखी भौंदियां लैन ना सा। सूए झाड़ पवाइए जंत, नानक भौंदियां गणत न अंत। बंधन बंद पवाए सोए, पै किरत नचै सब कोए। नाच नाच हसैं चलैं से रोए, उड न जाही सिद्ध न होए। नचण कुदण मन का चाओ, नानक जिन्ना मन भाओ तिन्ना मन भाओ। नचण कुदण मन का चाओ, नानक जिन मन भाओ तिन्ना मन भाओ। वाहिगुरू जी का खालसा, वाहिगुरू जी की फतेह। सतगुरां दी हजूरी अंदर सुभाएमान अति सत्कारयोग सत्संगी जनों, सतगुरां जी की अपार बख्शिश किरपा रहमत दे सदका असीं सारे ही सतगुरु जी दे पावन दरबार अंदर इन्हां शामां वेले दे दीवानां विच हाज़रियां भर रहे हाँ। हुण कुछ क समां प्राप्त होया है आप जी दे नाल सतगुरु जी दी बाणी दे विचार साझे करन दा। अज दा जिहड़ा पावन सलोक मैं आप संगत नाल साझा कीता है,
ਇਹ ਪਾਵਨ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਸਾ ਜੀ ਕੀ ਵਾਰ ਦੇ ਅੰਦਰ 5 ਨੰਬਰ ਪੌੜੀ ਦੇ ਨਾਲ ਦੂਜਾ ਸ਼ਲੋਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਦੇ ਅੰਦਰ ਬੜਾ ਕੀਮਤੀ ਖਿਆਲ, ਬੜੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਇਸ ਸ਼ਲੋਕ ਦਾ ਜਦੋਂ ਅਸੀਂ ਪਾਠ ਪੜ੍ਹੀਏ, ਇਸ ਸ਼ਲੋਕ ਦੇ ਪਾਠ ਨੂੰ ਵਿਚਾਰੀਏ ਤਾਂ ਸਤਿਗੁਰੂ ਜੀ ਇਸ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਾਡੇ ਸਾਹਮਣੇ ਇਹ ਬੋਲ ਰੱਖਦੇ ਨੇ। ਮਹਾਰਾਜ ਕਹਿੰਦੇ, ਨੱਚਣ ਕੁੱਦਣ ਮਨ ਕਾ ਚਾਓ। ਨੱਚਣ ਕੁੱਦਣ ਦਾ ਮਤਲਬ ਹੁੰਦਾ ਹੈ ਉਤਸ਼ਾਹ। ਜਦੋਂ ਬੰਦੇ ਦੇ ਮਨੁੱਖ ਦੇ ਜੀਵਨ ਵਿੱਚ ਖੇੜਾ ਆਉਂਦਾ ਹੈ, ਉਤਸ਼ਾਹ ਬੰਦੇ ਦੇ ਜੀਵਨ ਦੇ ਵਿੱਚ ਵੱਧਦਾ ਹੈ। ਬੰਦਾ ਜਦੋਂ ਅੰਦਰੋਂ ਖੁਸ਼ ਹੁੰਦਾ ਹੈ, ਉਹਦਾ ਪੈਰ ਆਪਣੇ ਆਪ ਧਰਤੀ ਤੋਂ ਉੱਪਰ ਵਾਲੇ ਪਾਸੇ ਨੂੰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਦੁਨਿਆਵੀ ਤੌਰ 'ਤੇ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹਾਂ ਤਾਂ ਸਾਡੇ ਵਿੱਚ ਜਦੋਂ ਉਤਸ਼ਾਹ ਦਾ ਸਮਾਂ ਆਉਂਦਾ ਹੈ, ਜਦੋਂ ਜਿਹੜੀਆਂ ਚੀਜ਼ਾਂ ਸਾਡੇ ਮਨ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਦਾ ਭਾਵ, ਉਹਨਾਂ ਚੀਜ਼ਾਂ ਦਾ ਪ੍ਰਗਟਾਵਾ ਸਾਡੇ ਜੀਵਨ ਦੇ ਵਿੱਚ ਵਾਪਰੇ ਤਾਂ ਅਸੀਂ ਖੁਸ਼ ਹੁੰਦੇ ਹਾਂ। ਕਿਉਂਕਿ ਬੰਦੇ ਦੇ ਮਨ ਨੂੰ ਜਿਹੋ ਜਿਹੀ ਚੀਜ਼ ਚੰਗੀ ਲੱਗਦੀ ਹੈ, ਉਹੋ ਜਿਹੀ ਚੀਜ਼ ਉਹਨੂੰ ਮਿਲ ਜਾਏ, ਉਹੋ ਜਿਹੀ ਚੀਜ਼ ਉਸ ਨੂੰ ਪ੍ਰਾਪਤ ਹੋ ਜਾਏ ਤੇ ਉਸ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਪਰ ਇੱਕ ਖੇੜਾ ਉਹ ਹੈ, ਇੱਕ ਪਿਆਰ ਉਹ ਹੈ, ਇੱਕ ਭਾਵਨਾ ਉਹ ਹੈ, ਜਦੋਂ ਬੰਦਾ ਗੁਰੂ ਦੇ ਰਸਤੇ 'ਤੇ ਤੁਰਿਆ ਹੋਵੇ ਤੇ ਉਹਨੂੰ ਜੀਵਨ ਦੇ ਵਿੱਚ ਗੁਰੂ ਦੀ ਪ੍ਰਾਪਤੀ ਹੋ ਜਾਏ। ਇੱਕ ਇਹ ਵੀ ਬੰਦੇ ਦੇ ਜੀਵਨ ਵਿੱਚ ਉਤਸ਼ਾਹ ਹੈ, ਇਹ ਵੀ ਬੰਦੇ ਦੇ ਜੀਵਨ ਵਿੱਚ ਖੇੜਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਦੁਨਿਆਵੀ ਉਤਸ਼ਾਹ ਬੰਦਾ ਕਰ ਰਿਹਾ ਹੈ, ਇਹ ਸਿਰਫ ਇੱਕ ਮਨ ਦਾ ਚਾਅ ਹੈ। ਨੱਚਣ ਕੁੱਦਣ ਮਨ ਕਾ ਚਾਓ, ਇਹ ਸਿਰਫ ਇੱਕ ਮਨ ਦਾ ਚਾਅ ਹੈ। ਅਗਲੇਰੀ ਪੰਕਤੀ ਵਿੱਚ ਮਹਾਰਾਜ ਬੇਨਤੀ ਕਹਿੰਦੇ ਨਾਨਕ ਜਿਨ੍ਹਾਂ ਮਨ ਭਉ, ਭਉ ਦਾ ਮਤਲਬ ਹੁੰਦਾ ਡਰ। ਸਤਿਗੁਰੂ ਬੇਨਤੀ ਕਰਦੇ ਨੇ, ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਡਰ ਹੈ, ਜਿਹੜੇ ਆਪਣੇ ਮਨ ਕਰਕੇ ਗੁਰੂ ਦੇ ਡਰ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਨੇ, ਗੁਰੂ ਦੇ ਡਰ ਨੂੰ ਆਪਣੇ ਅੰਦਰ 24 ਘੰਟੇ ਵਸਾ ਕੇ ਰੱਖਦੇ ਨੇ। ਅੱਗੇ ਫਿਰ ਮਹਾਰਾਜ ਕਹਿੰਦੇ ਤਿੰਨਾਂ ਮਨ ਭਾਓ, ਉਹਨਾਂ ਦੇ ਮਨ ਵਿੱਚ ਹੀ ਗੁਰੂ ਦਾ ਪ੍ਰੇਮ ਹੁੰਦਾ ਹੈ, ਉਹਨਾਂ ਦੇ ਮਨ ਵਿੱਚ ਹੀ ਗੁਰੂ ਦਾ ਪਿਆਰ ਹੁੰਦਾ ਹੈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਡਰ ਨਹੀਂ, ਜਿਹੜੇ ਮਨ ਕਰਕੇ ਗੁਰੂ ਦੇ ਨਾਲ ਅੰਦਰੋਂ ਜੁੜੇ ਹੋਏ ਨਹੀਂ, ਸਤਿਗੁਰੂ ਕਹਿੰਦੇ ਉਹਨਾਂ ਨੂੰ ਗੁਰੂ ਦੇ ਪਿਆਰ ਦਾ ਪਤਾ ਨਹੀਂ ਲੱਗ ਸਕਦਾ। ਗੁਰੂ ਦਾ ਡਰ ਹੋਵੇ ਮਨ ਵਿੱਚ ਤਾਂ ਹੀ ਉਹਦੇ ਪਿਆਰ ਨੂੰ ਪਾਇਆ ਜਾ ਸਕਦਾ ਹੈ। ਜੇ ਗੁਰੂ ਵਾਲਾ ਡਰ ਮਨ ਵਿੱਚ ਨਹੀਂ, ਉਹਦੇ ਪਿਆਰ ਨੂੰ ਵੀ ਪਾਇਆ ਨਹੀਂ ਜਾ ਸਕਦਾ। ਦੁਨਿਆਵੀ ਤੌਰ 'ਤੇ ਵੀ ਜਦੋਂ ਅਸੀਂ ਰਿਸ਼ਤਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਸਾਂਝ ਪੈਦਾ ਕਰਦੇ ਹਾਂ ਤੇ ਜਿੱਥੇ ਆਪਣੇ ਕਿਸੇ ਸਾਕ ਸੰਬੰਧੀ ਦਾ, ਕਿਸੇ ਰਿਸ਼ਤੇਦਾਰ ਦਾ ਡਰ ਹੋਵੇ ਮਨ ਦੇ ਵਿੱਚ ਵੀ ਮੈਂ ਉਹਦੇ ਨਾਲ ਪਿਆਰ ਕਰਦਾ ਹਾਂ, ਸਾਡੀ ਇੱਕ ਦੂਜੇ ਦੇ ਨਾਲ ਬੋਲ ਚਾਲ ਹੈ, ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਹਾਂ, ਵਰਤਦੇ ਹਾਂ, ਜਦੋਂ ਦੁਨਿਆਵੀ ਤੌਰ 'ਤੇ ਇਹ ਡਰ ਮਨ ਦੇ ਵਿੱਚ ਪਏ ਹੋਣ ਤੇ ਉੱਥੇ ਹੀ ਫਿਰ ਬੰਦਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਉੱਥੇ ਹੀ ਬੰਦਾ ਇੱਕ ਦੂਜੇ ਦੇ ਨਾਲ ਪਿਆਰ ਜਤਾਉਂਦਾ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਗੁਰੂ ਦਾ ਡਰ ਜੀਵਨ ਵਿੱਚ ਨਹੀਂ ਨਾ, ਉਹਨਾਂ ਚਿਰ ਗੁਰੂ ਦੇ ਨਾਲ ਪਿਆਰ ਵੀ ਨਹੀਂ ਪਾਇਆ ਜਾ ਸਕਦਾ।
ਉਹਨਾਂ ਚਿਰ ਗੁਰੂ ਦੇ ਨਾਲ ਪਿਆਰ ਨਹੀਂ ਕੀਤਾ ਜਾ ਸਕਦਾ। ਡਰ ਹੈ ਤੇ ਬੰਦਾ ਗਲਤ ਪਾਸੇ ਨਹੀਂ ਜਾਏਗਾ, ਡਰ ਹੈ ਤੇ ਬੰਦਾ ਬੁਰਾਈਆਂ ਵਾਲੇ ਪਾਸੇ ਨਹੀਂ ਫਸੇਗਾ। ਡਰ ਹੋਏਗਾ ਤੇ ਬੰਦਾ ਮਾੜੇ ਕੰਮ ਤੋਂ ਤੌਬਾ ਕਰੇਗਾ। ਜੇ ਗੁਰੂ ਤੋਂ ਡਰ ਹੀ ਨਹੀਂ ਤੇ ਮਾੜੇ ਕੰਮਾਂ ਤੋਂ ਕਾਹਦੀ ਤੌਬਾ ਹੈ। ਜੇ ਗੁਰੂ ਤੋਂ ਬੰਦਾ ਡਰਦਾ ਹੀ ਨਹੀਂ ਤੇ ਮਾੜੇ ਕੰਮ ਕਰਨ ਲੱਗਿਆ ਬੰਦਾ ਝਿਜਕਦਾ ਥੋੜ੍ਹੀ ਹੈ। ਜਦੋਂ ਚੋਰ ਦਾ ਸੁਭਾਅ ਹੀ ਚੋਰੀ ਕਰਨਾ ਬਣ ਜਾਏ, ਜਦੋਂ ਚੋਰ ਦਾ ਸੁਭਾਅ ਹੀ ਦਿਨ ਰਾਤ ਲੋਕਾਂ ਨੂੰ ਲੁੱਟਣਾ ਹੋ ਜਾਏ, ਜਦੋਂ ਗੁਰੂ ਦਾ ਡਰ ਹੀ ਜੀਵਨ ਵਿੱਚੋਂ ਖਤਮ ਹੋ ਗਿਆ, ਤੁਸੀਂ ਉਸ ਬੰਦੇ ਨੂੰ ਕੁਝ ਨਹੀਂ ਸਮਝਾ ਸਕਦੇ। ਉਹ ਪੱਥਰ ਹੈ, ਪੱਥਰ 'ਤੇ ਪਾਣੀ ਪਾਈ ਜਾਓ, ਪੱਥਰ ਨੂੰ ਬਹੁਤਾ ਲੰਮਾ ਸਮਾਂ ਤੁਸੀਂ ਪਾਣੀ ਵਿੱਚ ਭਿਉਂ ਕੇ ਰੱਖ ਦਿਓ, ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ। ਪੱਥਰ ਪੱਥਰ ਦਾ ਹੀ ਰਹੇਗਾ, ਉਹ ਅੰਦਰੋਂ ਵੀ ਗਿੱਲਾ ਨਹੀਂ ਹੋਏਗਾ, ਕਠੋਰ ਹੈ। ਭਾਵੇਂ ਪੱਥਰ ਨੂੰ ਕਿੰਨੇ 100 ਸਾਲ ਪਾਣੀ ਵਿੱਚ ਰੱਖ ਛੱਡੋ, ਜਦੋਂ ਤੋੜੋਗੇ ਅੰਦਰੋਂ ਸੁੱਕੇ ਦਾ ਸੁੱਕਾ ਹੀ ਨਿਕਲੇਗਾ। ਮਹਾਰਾਜ ਕਹਿੰਦੇ ਮਨਮੁਖ ਬੰਦੇ ਦੀ ਵੀ ਇਹੋ ਹੀ ਹਾਲਤ ਹੈ। ਜਿੰਨਾ ਚਿਰ ਗੁਰੂ ਦਾ ਡਰ ਜੀਵਨ ਵਿੱਚ ਨਹੀਂ, ਉਹਨਾਂ ਚਿਰ ਗੁਰੂ ਨਾਲ ਪਿਆਰ ਨਹੀਂ ਪੈ ਸਕਦਾ। ਜੇ ਗੁਰੂ ਨਾਲ ਪਿਆਰ ਪਾਉਣਾ ਹੈ ਤੇ ਗੁਰੂ ਦਾ ਡਰ ਜੀਵਨ ਵਿੱਚ ਰੱਖਣਾ ਪਏਗਾ, ਗੁਰੂ ਦੇ ਡਰ ਨੂੰ ਜੀਵਨ ਵਿੱਚ ਵਸਾਉਣਾ ਪਏਗਾ। ਹੁਣ ਇਸ ਸ਼ਲੋਕ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮਨ ਵਿੱਚੋਂ ਗੁਰੂ ਦੇ ਡਰ ਕਿਤੇ ਆਸੇ-ਪਾਸੇ ਗੁੰਮ ਹੋ ਗਿਆ, ਜਿਨ੍ਹਾਂ ਦੇ ਮਨ ਵਿੱਚੋਂ ਗੁਰੂ ਦਾ ਡਰ ਨਿਕਲ ਗਿਆ, ਵੇਖਿਓ ਉਹਨਾਂ ਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਵਾਇਨ ਚੇਲੇ ਨੱਚਣ ਗੁਰ। ਕਹਿੰਦੇ ਜਿਹੜੇ ਚੇਲੇ ਨੇ ਨਾ ਉਹ ਸਾਜ਼ ਵਜਾ ਰਹੇ ਨੇ ਤੇ ਨੱਚ ਕੌਣ ਰਹੇ ਨੇ? ਗੁਰੂ। ਹੋਣਾ ਕੀ ਚਾਹੀਦਾ ਸੀ? ਗੁਰੂ ਸਾਜ਼ ਵਜਾਉਂਦਾ ਤੇ ਚੇਲੇ ਉਹਦੇ ਸਾਜ਼ਾਂ 'ਤੇ ਨੱਚਦੇ। ਗੁਰੂ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ ਤੇ ਚੇਲੇ ਉਹਨਾਂ ਦੇ ਮੁਤਾਬਕ ਕੰਮ ਕਰਦੇ। ਹੋ ਉਲਟਾ ਰਿਹਾ ਹੈ। ਰਾਸ ਧਾਰੀਏ ਜਦੋਂ ਰਾਸ ਪਾਉਂਦੇ ਨੇ, ਤੁਸੀਂ ਕਦੀ ਵੇਖਿਆ ਹੋਏਗਾ, ਜਦੋਂ ਰਾਸ ਧਾਰੀਏ ਰਾਸ ਪਾਉਂਦੇ ਨੇ ਨਾ, ਕੋਈ ਕ੍ਰਿਸ਼ਨ ਬਣ ਕੇ ਆਉਂਦਾ ਹੈ, ਕੋਈ ਗੋਪੀ ਬਣ ਕੇ ਆਉਂਦਾ ਹੈ, ਕੋਈ ਰਾਮਚੰਦਰ ਬਣ ਕੇ ਆਉਂਦਾ ਹੈ, ਕੋਈ ਸੀਤਾ ਬਣ ਕੇ ਆਉਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਰੂਪ ਧਾਰਨ ਕੀਤੇ ਜਾਂਦੇ ਨੇ। ਜਦੋਂ ਰਾਸ ਧਾਰੀਏ ਸਟੇਜ ਦੇ ਉੱਪਰ ਰਾਸ ਪਾਉਣ ਆਉਂਦੇ ਨੇ, ਕ੍ਰਿਸ਼ਨ ਬਣ ਕੇ ਆਉਂਦਾ, ਫਿਰ ਵੱਖ-ਵੱਖ ਤਰ੍ਹਾਂ ਦੇ ਨਾਟਕ ਸਟੇਜ ਤੋਂ ਰਚਾਏ ਜਾਂਦੇ ਨੇ। ਵੱਖ-ਵੱਖ ਤਰ੍ਹਾਂ ਦੇ ਨਾਟਕ ਰਚਾ ਕੇ ਲੋਕਾਂ ਨੂੰ ਖੁਸ਼ ਕੀਤਾ ਜਾਂਦਾ ਹੈ। ਨਿੱਕੇ-ਨਿੱਕੇ ਬੱਚੇ, ਨਿੱਕੀਆਂ-ਨਿੱਕੀਆਂ ਬੱਚੀਆਂ, ਕ੍ਰਿਸ਼ਨ, ਉਹਦੀਆਂ ਗੋਪੀਆਂ, ਰਾਮ, ਸੀਤਾ, ਲక్ష్మణ, ਸਾਰੀ ਤਰ੍ਹਾਂ ਦੇ ਸਵਾਂਗ ਉਤਾਰੇ ਜਾਂਦੇ ਨੇ। ਮਹਾਰਾਜ ਕਹਿੰਦੇ ਕਿਹੋ ਜਿਹੀ ਖੇਡ ਹੋ ਰਹੀ ਹੈ। ਇੱਕ ਪਾਸੇ ਤੁਸੀਂ ਉਹਨਾਂ ਨੂੰ ਭਗਵਾਨ ਕਹਿੰਦੇ ਹੋ, ਇੱਕ ਪਾਸੇ ਤੁਸੀਂ ਉਹਨਾਂ ਨੂੰ ਰੱਬ ਕਹਿੰਦੇ ਹੋ, ਦੂਜੇ ਪਾਸੇ ਤੁਹਾਡੇ ਮਨ ਵਿੱਚ ਉਹਨਾਂ ਦਾ ਡਰ ਹੀ ਨਹੀਂ। ਹੁਣ ਰੱਬ ਬਣ ਜਾਣਾ ਕਿਤੇ ਨਿੱਕੀ ਮੋਟੀ ਗੱਲ ਹੈ, ਰੱਬ ਬਣ ਜਾਣਾ ਕਿਤੇ ਥੋੜ੍ਹੀ ਜਿਹੀ ਗੱਲ ਹੈ। ਪਰ ਰੱਬ ਬਣਾ ਕੇ ਉਹਨਾਂ ਦੀ ਪੂਜਾ ਵੀ ਕੀਤੀ ਜਾ ਰਹੀ ਹੈ, ਉਹਨਾਂ ਦੇ ਸਵਾਂਗ ਵੀ ਉਤਾਰੇ ਜਾ ਰਹੇ ਨੇ। ਤੇ ਹੋ ਕੀ ਰਿਹਾ? ਚੇਲੇ ਪਿੱਛੇ ਬੈਠੇ ਸਾਜ਼ ਵਜਾ ਰਹੇ ਨੇ ਤੇ ਜਿਹੜੇ ਰੱਬ ਬਣੇ ਹੋਏ ਨੇ, ਜਿਹੜੇ ਗੁਰੂ ਬਣੇ ਹੋਏ ਨੇ, ਉਹ ਆਪਣੇ ਚੇਲਿਆਂ ਦੇ ਸਾਜ਼ਾਂ ਦੇ ਉੱਪਰ ਨੱਚ ਰਹੇ ਨੇ। ਬੱਚੇ ਜਦੋਂ ਨਾਟਕ ਕਰਦੇ ਨੇ ਸਟੇਜ 'ਤੇ, ਤਾਂ ਇੱਦਾਂ ਹੀ ਹੁੰਦਾ। ਰਾਮਚੰਦਰ ਆਉਂਦਾ ਹੈ ਸਟੇਜ ਦੇ ਉੱਪਰ, ਇੱਕ ਬੱਚਾ ਰਾਮਚੰਦਰ ਦਾ ਰੂਪ ਧਾਰਨ ਕੀਤਾ, ਸੀਤਾ ਸਟੇਜ 'ਤੇ ਆਉਂਦੀ ਹੈ, ਕ੍ਰਿਸ਼ਨ ਜੀ ਸਟੇਜ 'ਤੇ ਆਉਂਦੇ ਨੇ, ਆਣ ਕੇ ਨਾਚ ਕੀਤੇ ਜਾਂਦੇ ਨੇ, ਪਿੱਛੇ ਸਾਜ਼ ਵੱਜ ਰਹੇ ਹੁੰਦੇ ਨੇ, ਉਸੇ ਮੁਤਾਬਕ ਕਰਮ ਕੀਤੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਤੁਹਾਡੇ ਗੁਰੂ ਦਾ ਡਰ ਅਦਬ ਹੀ ਨਹੀਂ, ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਆਪਣੇ ਗੁਰੂ ਦਾ ਸਤਿਕਾਰ ਹੀ ਨਹੀਂ, ਉਨਾ ਚਿਰ ਤੁਸੀਂ ਆਪਣੇ ਜੀਵਨ ਵਿੱਚ ਉਹਦੀ ਪ੍ਰਾਪਤੀ ਜਾਂ ਉਹਦਾ ਪ੍ਰੇਮ ਕਿੱਦਾਂ ਹਾਸਲ ਕਰ ਲਓਗੇ? ਸਭ ਤੋਂ ਪਹਿਲਾਂ ਮਨ ਦੇ ਵਿੱਚ ਡਰ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਨੇ ਵਾਇਨ ਚੇਲੇ, ਵਾਇਨ ਦਾ ਮਤਲਬ ਹੁੰਦਾ ਹੈ ਵਜਾਉਣਾ, ਜਿਹੜੇ ਸਾਜ਼ ਵਜਾਏ ਜਾਂਦੇ ਨੇ। ਕਹਿੰਦੇ ਵਾਇਨ ਚੇਲੇ ਨੱਚਣ ਗੁਰ, ਜਿਨ੍ਹਾਂ ਨੂੰ ਗੁਰੂ ਬਣਾ ਕੇ ਪੂਜਦੇ ਹੋ, ਚੇਲਿਆਂ ਦੇ ਸਾਜ਼ 'ਤੇ ਉਹ ਨੱਚ ਰਹੇ ਨੇ, ਚੇਲਿਆਂ ਦੇ ਸਾਜ਼ 'ਤੇ ਉਹ ਮਸਤ ਹੋਏ ਨੇ। ਕਹਿੰਦੇ ਪੈਰ ਹਿਲਾਏ ਨਾ, ਉੱਧਰੋਂ ਚੇਲੇ ਸਾਜ਼ ਵਜਾ ਰਹੇ ਨੇ ਤੇ ਜਿਹੜੇ ਸਟੇਜ 'ਤੇ ਵੱਖ-ਵੱਖ ਭਗਵਾਨਾਂ ਦਾ ਰੂਪ ਧਾਰਨ ਕਰਕੇ ਆਏ ਹੋਏ ਨੇ, ਜਿਹੜੇ ਵੱਖ-ਵੱਖ ਰੱਬ ਦੁਨੀਆ ਦੇ ਵਿੱਚ ਬਣਾ ਕੇ ਪੂਜੇ ਜਾਂਦੇ ਨੇ, ਜਿਨ੍ਹਾਂ ਨੇ ਉਹਨਾਂ ਦੀ ਨਕਲ ਉਤਾਰੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਨੇ ਪੈਰ ਹਿਲਾਏ ਨਾ ਫੇਰ ਨ ਸਿਰ, ਉਹ ਵੀ ਇੱਥੇ ਆਣ ਕੇ ਪੈਰ ਹਿਲਾ ਰਹੇ ਨੇ ਤੇ ਸਿਰ ਫੇਰ ਰਹੇ ਨੇ। ਕੋਈ ਕ੍ਰਿਸ਼ਨ ਬਣ ਕੇ ਨੱਚ ਰਿਹਾ ਹੈ, ਕੋਈ ਉਹਦੀਆਂ ਗੋਪੀਆਂ ਬਣ ਕੇ ਨੱਚ ਰਿਹਾ ਹੈ, ਕੋਈ ਕਿਸੇ ਤਰੀਕੇ ਨਾਲ ਨੱਚ ਰਿਹਾ ਹੈ।
ਅੱਗੇ ਮਹਾਰਾਜ ਕਹਿੰਦੇ ਉੱਡ ਉੱਡ ਰਾਵਾਂ, ਉੱਡ ਉੱਡ ਰਾਵਾਂ ਝਾਟੈ ਪਾਏ। ਫਿਰ ਜਦੋਂ ਪੈਰ ਘੁਮਾ ਘੁਮਾ ਕੇ ਸਟੇਜ 'ਤੇ ਨੱਚਿਆ ਜਾਂਦਾ ਹੈ ਨਾ, ਜਦੋਂ ਪੈਰ ਘੁਮਾ ਘੁਮਾ ਕੇ ਸਟੇਜ 'ਤੇ ਨੱਚਿਆ ਜਾਂਦਾ ਹੈ, ਸਤਿਗੁਰੂ ਕਹਿੰਦੇ ਉਹਨਾਂ ਦੇ ਪੈਰਾਂ ਨਾਲ ਉੱਡੀ ਹੋਈ ਸਵਾਹ ਹੀ ਉਹਨਾਂ ਦੇ ਸਿਰ 'ਚ ਪੈ ਰਹੀ ਹੈ। ਵੇਖੋ ਕਿੱਦਾਂ ਦਾ ਭਗਵਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਕਿੱਦਾਂ ਦੀ ਰੱਬ ਦੀ ਤਸਵੀਰ ਖਿੱਚੀ ਜਾ ਰਹੀ ਹੈ। ਜਿਸ ਰੱਬ ਦਾ ਬੰਦੇ ਦੇ ਮਨ ਵਿੱਚ ਡਰ ਹੀ ਨਹੀਂ, ਉਹਦਾ ਪ੍ਰੇਮ ਕਿੱਥੋਂ ਪੈਦਾ ਹੋ ਜਾਏਗਾ। ਜਿਸ ਰੱਬ ਦਾ ਬੰਦੇ ਦੇ ਮਨ ਵਿੱਚ ਕੋਈ ਅਦਬ ਹੀ ਨਹੀਂ, ਭੈ ਹੀ ਨਹੀਂ, ਜਿਸ ਰੱਬ ਦਾ ਬੰਦਾ ਸਤਿਕਾਰ ਹੀ ਨਹੀਂ ਕਰਦਾ, ਉਸ ਰੱਬ ਦਾ ਪ੍ਰੇਮ ਮਨ ਵਿੱਚ ਕਿੱਦਾਂ ਪੈਦਾ ਹੋ ਜਾਏਗਾ। ਪ੍ਰੇਮ ਉੱਥੇ ਹੀ ਪੈਦਾ ਹੋਏਗਾ ਜਿੱਥੇ ਡਰ ਹੋਏਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਬੰਦਾ 24 ਘੰਟੇ ਹਾਜ਼ਰ ਨਾਜ਼ਰ ਜਾਣੇ ਬਾਣੀ ਨੂੰ, ਮਨ ਦੇ ਵਿੱਚ ਡਰ ਰੱਖੇ, ਇਹ ਵੇਖੇ ਜਦੋਂ ਮੈਂ ਕੋਈ ਕੰਮ ਕਰਨਾ ਹੈ, ਮੈਂ ਕਿਸੇ ਨਾਲ ਗਲਤ ਤਾਂ ਨਹੀਂ ਕਰਦਾ, ਮੈਂ ਕਿਸੇ ਨਾਲ ਧੱਕਾ ਤਾਂ ਨਹੀਂ ਕਰਦਾ, ਮੈਂ ਕਿਸੇ ਨਾਲ ਬੇਈਮਾਨੀ ਤਾਂ ਨਹੀਂ ਕਰ ਰਿਹਾ, ਮੇਰੀ ਜ਼ੁਬਾਨ ਤੋਂ ਬੋਲੇ ਹੋਏ ਸ਼ਬਦ ਕਿਸੇ ਨੂੰ ਦੁਖੀ ਤਾਂ ਨਹੀਂ ਕਰਦੇ, ਮੇਰੀ ਜ਼ੁਬਾਨ ਤੋਂ ਕਹੇ ਹੋਏ ਸ਼ਬਦ ਕਿਸੇ ਦੇ ਹਿਰਦੇ ਨੂੰ ਠੇਸ ਤਾਂ ਨਹੀਂ ਪਹੁੰਚਾਉਂਦੇ। ਜਦੋਂ ਤੁਸੀਂ 24 ਘੰਟੇ ਆਪਣੇ ਮਨ ਦੇ ਵਿੱਚ ਇਸ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਹੀ ਤੁਹਾਡੇ ਮਨ ਵਿੱਚ ਗੁਰੂ ਦਾ ਪ੍ਰੇਮ, ਗੁਰੂ ਦਾ ਭਾਵ ਜੁੜਨਾ ਸ਼ੁਰੂ ਹੋ ਜਾਏਗਾ। ਬੰਦਾ 24 ਘੰਟੇ ਕੰਮ ਕਰਦਾ ਹੈ, ਸੌਂਦਾ ਹੈ, ਖਾਂਦਾ ਹੈ, ਪੀਂਦਾ ਹੈ, ਸਾਰਾ ਕੁਝ ਕਰਦਾ ਹੈ, ਸਿਰਫ 5 ਮਿੰਟ ਬੰਦਾ ਇਸ ਗੱਲ ਨੂੰ ਸੋਚੇ ਵੀ ਜਿਹੜਾ ਅੱਜ ਮੈਂ ਕੰਮ ਕੀਤਾ, ਮੇਰੇ ਕੰਮ ਕਰਕੇ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ, ਫਿਰ ਗੁਰੂ ਦਾ ਜਿਹੜਾ ਪ੍ਰੇਮ ਹੈ ਤੁਹਾਡੇ ਮਨ ਦੇ ਵਿੱਚ ਪੈਦਾ ਹੋਏਗਾ। ਪਰ ਮਹਾਰਾਜ ਕਹਿੰਦੇ ਦੁਨੀਆ ਦੀ ਹਾਲਤ ਵੇਖੋ ਕਿਹੋ ਜਿਹੀ ਹੋ ਗਈ। ਇੱਕ ਪਾਸੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਦੂਜੇ ਪਾਸੇ ਉਹਦੀਆਂ ਨਕਲਾਂ ਉਤਾਰੀਆਂ ਜਾਂਦੀਆਂ ਨੇ, ਨਕਲਾਂ ਉਤਾਰ ਕੇ ਚੇਲਿਆਂ ਦੇ ਸਾਜ਼ 'ਤੇ ਨੱਚਿਆ ਜਾਂਦਾ ਹੈ, ਪੈਰ ਹਿਲਾਏ ਜਾਂਦੇ ਨੇ। ਫਿਰ ਜਦੋਂ ਪੈਰ ਹਿਲਾਏ ਜਾਂਦੇ ਨੇ, ਸਟੇਜਾਂ 'ਤੇ ਨੱਚਿਆ ਜਾਂਦਾ, ਨੱਚਣ ਤੋਂ ਬਾਅਦ ਜਿਹੜੀ ਉੱਡ ਰਿਹਾ ਮਿੱਟੀ ਘੱਟਾ ਉਹ ਵੀ ਸਿਰ 'ਚ ਪੈ ਰਿਹਾ ਹੁੰਦਾ ਹੈ। ਸਤਿਗੁਰੂ ਕਹਿੰਦੇ ਕਿਹੋ ਜਿਹੇ ਭਗਵਾਨ ਬਣਾ ਕੇ ਪੂਜਾ ਕਰ ਰਹੇ ਹੋ ਤੁਸੀਂ, ਤੁਹਾਡੇ ਮਨ ਦੇ ਵਿੱਚ ਤਾਂ ਰੱਬ ਦਾ ਡਰ ਹੀ ਕੋਈ ਨਹੀਂ, ਤੁਹਾਡੇ ਮਨ ਦੇ ਵਿੱਚ ਰੱਬ ਦਾ ਭੈ ਹੀ ਕੋਈ ਨਹੀਂ, ਜਿਹਨੂੰ ਤੁਸੀਂ ਰੱਬ ਬਣਾ ਕੇ ਪੂਜ ਰਹੇ ਹੋ। ਰੱਬ ਦੇ ਸਿਰ ਦੇ ਵਿੱਚ ਵੀ ਮਿੱਟੀ ਘੱਟਾ ਪੈਂਦਾ ਹੈ, ਰੱਬ ਵੀ ਆਪਣੇ ਚੇਲਿਆਂ ਦੇ ਸਾਜ਼ਾਂ 'ਤੇ ਨੱਚਦਾ ਹੈ। ਚਾਹੀਦਾ ਇਹ ਸੀ ਵੀ ਗੁਰੂ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ ਅਤੇ ਚੇਲੇ ਉਹਨਾਂ ਦੇ ਮੁਤਾਬਕ ਕੰਮ ਕਰਦੇ। ਉਹ ਉਲਟਾ ਰਿਹਾ ਹੈ। ਭਾਈ ਗੁਰਦਾਸ ਜੀ ਨੇ ਨਾ ਆਪਣੀਆਂ ਵਾਰਾਂ ਦੇ ਵਿੱਚ ਬੜਾ ਪਿਆਰਾ ਇੱਕ ਨਕਸ਼ਾ ਖਿੱਚਿਆ ਹੈ। ਵੈਸੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਾਧ ਸੰਗਤ ਸਾਡਿਆਂ ਘਰਾਂ ਵਿੱਚ ਹੋਣੀਆਂ ਚਾਹੀਦੀਆਂ ਸਨ। ਭਾਈ ਗੁਰਦਾਸ ਜੀ ਜਦੋਂ ਆਪਣੀਆਂ ਵਾਰਾਂ ਲਿਖਦੇ ਨੇ ਤੇ ਇੱਕ ਇੱਕ ਪੌੜੀ ਦੇ ਵਿੱਚ 5-6 ਉਦਾਹਰਨਾਂ ਵਰਤ ਕੇ ਤੇ 7ਵੀਂ ਪੌੜੀ ਵਿੱਚ ਉਹਦਾ ਤੱਤਸਾਰ ਪੇਸ਼ ਕਰਦੇ ਨੇ। ਸਿੱਖ ਪੰਥ ਦੇ ਸਭ ਤੋਂ ਵੱਡੇ ਗਿਆਤਾ ਉਸ ਵਕਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਕਤ ਭਾਈ ਗੁਰਦਾਸ ਜੀ ਹੋਏ ਨੇ, ਤੇ ਬਹੁਤ ਸਾਰੇ ਵਿਦਵਾਨ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਨੂੰ ਤੇ ਕਵਿਤਾ ਨੂੰ, ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਆਖਦੇ ਨੇ। ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ ਹੋਵੇ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਉਹਨਾਂ ਦੇ ਕਵਿੱਤ ਬੰਦੇ ਦੀ ਬੜੀ ਸਹਾਇਤਾ ਕਰਦੇ ਨੇ। ਪਰ ਦੁੱਖ ਦੀ ਗੱਲ ਇਹ ਰਹੀ, ਸਾਨੂੰ ਭਾਈ ਗੁਰਦਾਸ ਦੀ ਲੋੜ ਨਾ ਰਹੀ। ਅਸੀਂ ਉਸ ਗੁਰਦਾਸ ਦੇ ਪਿੱਛੇ ਲੱਗ ਗਏ ਜਿਹਨੇ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜ ਕੇ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੋਇਆ ਇਹ ਅੱਜ ਪੰਜਾਬ ਦੀ ਧਰਤੀ 'ਤੇ ਅਖਾੜੇ ਲੱਗਦੇ ਨੇ, ਪੰਜਾਬ ਦੇ ਲੋਕ ਹੀ ਉਹਨਾਂ ਨੂੰ ਵੇਖਣ ਵਾਸਤੇ ਜਾਂਦੇ ਨੇ, ਪੰਜਾਬ ਦੇ ਲੋਕ ਹੀ ਜਾ ਕੇ ਉਹਨਾਂ ਦੇ ਡੇਰਿਆਂ ਵਿੱਚ ਹਾਜ਼ਰੀਆਂ ਭਰਦੇ ਨੇ। ਆ ਪਿਛਲੇ ਦਿਨਾਂ ਵਿੱਚ ਕੀ ਵਾਪਰਿਆ ਤੁਸੀਂ ਇੰਟਰਨੈਟ 'ਤੇ ਵੇਖਿਆ ਹੀ ਹੋਏਗਾ। ਇੱਕ ਉਹ ਬੰਦਾ ਜਿਹੜਾ ਬੀੜੀਆਂ ਪੀਂਦਾ ਹੈ, ਇੱਕ ਉਹ ਬੰਦਾ ਜਿਹੜਾ ਨਸ਼ੇ ਦਾ ਆਦੀ ਹੈ, ਤੇ ਉਹਦੀ ਤੁਲਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਕੀਤੀ ਜਾ ਰਹੀ ਹੈ। ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ। ਵਾਰ-ਵਾਰ ਛੇੜ ਕੇ ਵੇਖਿਆ ਜਾ ਰਿਹਾ, ਵਾਰ-ਵਾਰ ਵੀ ਜੀਂਦੇ ਨੇ, ਇਹਨਾਂ ਦੇ ਵਿੱਚ ਅਣਖ ਤੇ ਗੈਰਤ ਨਾਂ ਦੀ ਕੋਈ ਚੀਜ਼ ਹੈਗੀ ਹੈ ਕੀ ਅਜੇ ਵੀ ਇਹ ਜੀ ਰਹੇ ਨੇ, ਮਰ ਤਾਂ ਨਹੀਂ ਗਏ। ਵਾਰ-ਵਾਰ ਛੇੜ ਕੇ ਵੇਖਿਆ ਜਾ ਰਿਹਾ ਹੈ, ਕਦੀ ਕਿਸੇ ਰੂਪ ਦੇ ਵਿੱਚ, ਕਦੀ ਕਿਸੇ ਰੂਪ ਦੇ ਵਿੱਚ। ਕਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬਰਾਬਰ ਗ੍ਰੰਥ ਪੈਦਾ ਕੀਤੇ ਜਾਂਦੇ ਨੇ, ਉਦੋਂ ਛੇੜ ਕੇ ਵੇਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ਼ਰੀਕ ਪੈਦਾ ਕੀਤੇ ਜਾਂਦੇ ਨੇ। ਕਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬਰਾਬਰ 'ਤੇ ਗੱਦੀਆਂ ਲਾਈਆਂ ਜਾਂਦੀਆਂ ਨੇ। ਅੱਜ ਹੋ ਰਿਹਾ ਸਾਡੇ ਸਮਾਜ ਵਿੱਚ। ਕਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਉਹ ਸ਼ਬਦ,
ਉਹ ਪੰਕਤੀਆਂ ਚੁਣ ਚੁਣ ਕੇ ਆਪਣੇ ਬਾਬਿਆਂ 'ਚ ਢੁਕਾਈਆਂ ਜਾਂਦੀਆਂ ਨੇ ਵੀ ਆਹ ਜਿਹੜੇ ਬੋਲ ਕਹੇ ਜਾ ਰਹੇ ਨੇ ਸਾਡੇ ਬਾਬੇ ਵਾਸਤੇ ਨੇ। ਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਰੇ ਆਪ ਸ਼ਬਦ ਬੋਲੇ ਜਾਂਦੇ ਨੇ। ਇਹ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ। ਵਾਰ-ਵਾਰ ਛੇੜ ਕੇ ਵੇਖਦੇ ਨੇ ਵੀ ਜੀਂਦੇ ਨੇ ਭਲਾ। ਅਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਰਹੀ ਵੀ ਅਸੀਂ ਭਾਈ ਗੁਰਦਾਸ ਜੀ ਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ ਅਤੇ ਗੁਰਦਾਸ ਮਾਨ ਨੂੰ ਅਸੀਂ ਚੇਤੇ ਕਰ ਬੈਠੇ। ਅੱਜ ਸਾਡਾ ਸੱਭਿਆਚਾਰ ਵੀ ਗਰਕ ਹੋ ਗਿਆ, ਸਾਡਾ ਸਮਾਜਿਕ ਤਾਣਾ ਬਾਣਾ ਵੀ ਉਲਝ ਗਿਆ। ਅਸੀਂ ਉਸ ਭਾਈ ਗੁਰਦਾਸ ਨੂੰ ਭੁੱਲ ਬੈਠੇ ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਬੀੜ ਆਪਣੇ ਪਾਵਨ ਹੱਥਾਂ ਦੇ ਨਾਲ ਲਿਖੀ ਸੀ। ਅਸੀਂ ਉਸ ਭਾਈ ਗੁਰਦਾਸ ਨੂੰ ਭੁੱਲ ਗਏ। ਕੱਲ੍ਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੀ। ਕੱਲ੍ਹ ਦੇ ਦਿਨ 1 ਸਤੰਬਰ 1604 ਈਸਵੀ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਭਾਈ ਗੁਰਦਾਸ ਜੀ ਨੇ ਰਾਮਸਰ ਸਰੋਵਰ ਦੇ ਕੰਢੇ 'ਤੇ ਬੈਠ ਕੇ 4 ਸਾਲ ਦਾ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਸੰਪਾਦਨਾ ਕਰਵਾਈ। ਰਿਸ਼ਤੇ ਵਿੱਚ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਨੇ। ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਨੇ। ਬੀਬੀ ਭਾਨੀ ਜੀ ਦੇ ਭਰਾ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਰਾ ਦੇ ਬੇਟੇ ਨੇ ਭਾਈ ਗੁਰਦਾਸ ਜੀ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਹਦਾਇਤ ਦੇ ਰਹੇ ਨੇ, ਭਾਈ ਗੁਰਦਾਸ ਜੀ ਆਹ ਚੀਜ਼ ਇੱਥੇ ਨਹੀਂ ਇੱਦਾਂ ਲਿਖਣੀ ਹੈ। ਅਤੇ ਕਿੱਡਾ ਕਮਾਲ ਦਾ ਦ੍ਰਿਸ਼ ਹੋਏਗਾ। ਭਾਈ ਗੁਰਦਾਸ ਜੀ ਅੱਗੋਂ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਜੀ ਜਿੱਦਾਂ ਤੁਹਾਡਾ ਹੁਕਮ ਹੈ ਅਸੀਂ ਉੱਦਾਂ ਹੀ ਮੰਨ ਲਵਾਂਗੇ। ਕਿੱਡਾ ਕਮਾਲ ਦਾ ਸੀਨ ਹੋਏਗਾ, ਅੰਦਾਜ਼ਾ ਲਾ ਕੇ ਵੇਖੋ। ਅਸੀਂ ਉਸ ਭਾਈ ਗੁਰਦਾਸ ਨੂੰ ਭੁੱਲ ਬੈਠੇ। ਸਾਡੀ ਤਾਂ ਸਾਧ ਸੰਗਤ ਅਜੋਕੇ ਸਮੇਂ ਵਿੱਚ ਸਭ ਤੋਂ ਵੱਡੀ ਤਰਾਸਦੀ ਇਹ ਰਹੀ, ਸਾਡੇ ਘਰ ਦੇ ਵਿੱਚ ਕੋਈ ਪੁਰਾਣੀ ਪੋਥੀ, ਕੋਈ ਕਿਤਾਬ, ਕੋਈ ਗੁਟਕਾ ਪਿਆ ਹੋਵੇ ਨਾ, ਅਸੀਂ ਉਹਨੂੰ ਘਰ 'ਚ ਰੱਖਣਾ ਪਸੰਦ ਨਹੀਂ ਕਰਦੇ। ਅਸੀਂ ਗੁਰਦੁਆਰੇ ਆਣ ਕੇ ਇੱਥੇ ਦੇ ਜਾਂਦੇ ਹਾਂ ਵੀ ਸਾਡਾ ਘਰ ਦੇ ਵਿੱਚ ਕੀ ਕੰਮ ਹੈ। ਪੁਰਾਣੀ ਪੋਥੀ, ਪੁਰਾਣੀ ਕਿਤਾਬ ਹੁਣ ਤਾਂ ਬਿਰਧ ਹੋ ਗਈ, ਇਹ ਤਾਂ ਸਾਡੇ ਘਰ 'ਚ ਕੋਈ ਕੰਮ ਨਹੀਂ। ਅਸੀਂ ਆਪਣੇ ਪੁਰਾਣੇ ਲਿਟਰੇਚਰ ਦੀ ਅਹਿਮੀਅਤ ਨੂੰ ਅਜੇ ਤੱਕ ਜਾਣਿਆ ਨਹੀਂ। ਜਿਹੜਾ ਸਾਡਾ ਪੁਰਾਣਾ ਲਿਟਰੇਚਰ ਹੈ, ਜਿਹੜਾ ਕੀਮਤੀ ਸਰਮਾਇਆ ਹੈ, ਉਹ ਸਾਡੇ ਵਾਸਤੇ ਬੇਸ਼ਕੀਮਤੀ ਸੀ। ਸਾਨੂੰ ਆਪਣੀ ਹੋਂਦ ਦਾ ਅਹਿਸਾਸ ਉਹਨਾਂ ਚੀਜ਼ਾਂ ਤੋਂ ਹੋਣਾ ਸੀ। ਪਹਿਲਾਂ ਅੰਗਰੇਜ਼ਾਂ ਨੇ ਪਲੈਨਿੰਗ ਦੇ ਨਾਲ ਸਾਡੇ ਘਰਾਂ ਦੇ ਵਿੱਚੋਂ ਸਾਰਾ ਲਿਟਰੇਚਰ ਕਢਵਾਇਆ। ਉਸ ਤੋਂ ਪਹਿਲਾਂ ਲਖਪਤ ਰਾਏ ਵਰਗਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਧਰਤੀ ਵਿੱਚ ਟੋਆ ਪੁੱਟ ਕੇ ਤੇ ਉਹਦੇ ਵਿੱਚ ਦੱਬਿਆ ਅਤੇ ਇਹ ਆਖਿਆ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਕੋਈ ਗੁਰੂ ਨਹੀਂ ਕਹੇਗਾ ਅਤੇ ਕੋਈ ਗੁੜ ਨਹੀਂ ਕਹੇਗਾ। ਗੁੜ ਕਹਿਣ 'ਤੇ ਵੀ ਪਾਬੰਦੀ ਲਾ ਦਿੱਤੀ, ਕਹਿੰਦਾ ਇਸ ਕਰਕੇ ਕਿਉਂਕਿ ਗੁੜ ਕਹਿਣ 'ਤੇ ਇਹਨਾਂ ਨੂੰ ਆਪਣੇ ਗੁਰੂ ਦੀ ਯਾਦ ਆਏਗੀ। ਇਹ ਇਤਿਹਾਸ ਸੀ ਸਾਡਾ। ਇੱਥੋਂ ਤੱਕ ਉਹਨਾਂ ਨੇ ਐਸਾ ਵਤੀਰਾ ਅਪਣਾਇਆ ਵੀ ਗੁੜ ਕਹਿਣ 'ਤੇ ਵੀ ਪਾਬੰਦੀ ਲਾ ਦਿੱਤੀ। ਲੋਕ ਗੁੜ ਨਹੀਂ ਸਨ ਕਹਿੰਦੇ, ਲੋਕ ਗੁੜ ਨੂੰ ਭੇਲੀ ਕਿਹਾ ਕਰਦੇ ਸਨ, ਰੋੜੀ ਕਿਹਾ ਕਰਦੇ ਸਨ। ਕੁਝ ਉਹਨਾਂ ਨੇ ਸਾਡੇ ਘਰਾਂ ਦੇ ਵਿੱਚੋਂ ਕੀਮਤੀ ਲਿਟਰੇਚਰ ਕੱਢ ਕੇ ਤੇ ਸਾੜਿਆ, ਅੱਗ ਲਾਈ ਤੇ ਧਰਤੀ ਵਿੱਚ ਦੱਬਿਆ ਤੇ ਰਹਿੰਦੀ ਖੂੰਦੀ ਕਸਰ ਅੱਜ ਅਸੀਂ ਕੱਢਦੇ ਜਾ ਰਹੇ। ਅਸੀਂ ਆਪਣੇ ਘਰ ਦੇ ਵਿੱਚ ਪੋਥੀ, ਕੋਈ ਗੁਟਕਾ, ਕੋਈ ਕਿਤਾਬ ਰੱਖਣਾ ਪਸੰਦ ਨਹੀਂ ਕਰਦੇ। ਸ਼ਰਾਬ ਦੀਆਂ ਬੋਤਲਾਂ ਤੁਹਾਨੂੰ ਅਲਮਾਰੀ ਵਿੱਚ ਪਈਆਂ ਦਿਸ ਜਾਣਗੀਆਂ, ਪਰ ਜਦੋਂ ਕੋਈ ਘਰ ਵਿੱਚ ਆਵੇ ਸਾਹਮਣੇ ਗੁਟਕਾ, ਕੋਈ ਮੈਗਜ਼ੀਨ, ਕੋਈ ਕਿਤਾਬ ਪਈ ਤੁਹਾਨੂੰ ਬਹੁਤ ਘੱਟ ਨਜ਼ਰ ਆਏਗੀ। ਇਹ ਅਜੋਕੇ ਸਮੇਂ 'ਚ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ। ਬਾਣੀ ਵਿੱਚੋਂ ਪੈਦਾ ਹੋਈ ਕੌਮ ਅੱਜ ਬਾਣੀ ਦੇ ਨਾਲੋਂ ਟੁੱਟਦੀ ਜਾ ਰਹੀ ਹੈ। ਅਕਲ ਵਿੱਚੋਂ ਪੈਦਾ ਹੋਈ ਕੌਮ ਅੱਜ ਅਕਲ ਦੀ ਵੈਰੀ ਬਣ ਕੇ ਬੈਠੀ ਹੋਈ ਹੈ। ਸ਼ਬਦ ਵਿੱਚੋਂ ਪੈਦਾ ਹੋਈ ਕੌਮ ਅੱਜ ਸ਼ਬਦ ਨਾਲੋਂ ਟੁੱਟੀ ਹੋਈ ਹੈ। ਅੱਜ ਤੁਸੀਂ ਵੇਖ ਲਓ, ਸਾਡੇ ਬੱਚਿਆਂ ਦੇ ਫੋਨ ਫੜ ਕੇ ਵੇਖ ਲਓ, ਅੱਜ ਉਹਨਾਂ ਦੇ ਵਿੱਚ ਸਾਨੂੰ ਕੀ ਵੇਖਦਾ ਹੈ। ਕਿਸੇ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਸਨ ਨਾ, ਇਹਦਾ ਕੌਮ ਦਾ ਭਵਿੱਖ ਵੇਖਣਾ ਹੋਵੇ ਤੇ 20 ਤੋਂ 25 ਸਾਲ ਦੇ ਬੱਚਿਆਂ ਦੇ ਵਿੱਚੋਂ ਤੁਸੀਂ ਉਸ ਕੌਮ ਦਾ ਭਵਿੱਖ ਵੇਖ ਸਕਦੇ ਹੋ। 20 ਤੋਂ 25 ਸਾਲ ਦੇ ਬੱਚੇ ਜਿਹੜਾ ਅੱਜ ਕੰਮ ਕਰ ਰਹੇ ਹੋਣਗੇ, ਆਉਣ ਵਾਲੇ 50-60 ਸਾਲਾਂ ਬਾਅਦ ਤੁਹਾਡੀ ਕੌਮ ਦਾ ਭਵਿੱਖ ਵੀ ਉਹੀ ਹੋਏਗਾ। ਅੱਜ ਗੁਰਦੁਆਰਿਆਂ ਵਿੱਚ ਕਿੰਨੇ ਕੁ ਨੌਜਵਾਨ ਆ ਰਹੇ ਨੇ, ਕਿੰਨੇ ਕੁ ਨੌਜਵਾਨ ਅੱਜ ਗੁਰਦੁਆਰਿਆਂ ਦੀਆਂ ਰੌਣਕਾਂ ਵਧਾਉਂਦੇ ਨੇ। ਅਸੀਂ ਸਾਰੀਆਂ ਚੀਜ਼ਾਂ ਨੂੰ ਤੋੜ ਦਿੱਤਾ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁਰਦਾਸ ਮਾਨ ਚੇਤੇ ਰਹਿ ਗਿਆ, ਭਾਈ ਗੁਰਦਾਸ ਭੁੱਲ ਗਿਆ। ਸਾਨੂੰ ਅਕਬਰ ਅਤੇ ਬੀਰਬਲ ਦੀਆਂ ਕਹਾਣੀਆਂ ਚੇਤੇ ਰਹਿ ਗਈਆਂ। ਸਾਡੇ ਬੱਚਿਆਂ ਨੂੰ ਅਕਬਰ ਅਤੇ ਬੀਰਬਲ ਬਾਰੇ ਪਤਾ ਹੈ। ਅਕਬਰ ਰਾਜਾ ਸੀ, ਬੀਰਬਲ ਉਹਦਾ ਅਹਿਲਕਾਰ ਸੀ, ਉਹਨੂੰ ਸਲਾਹਾਂ ਦਿੰਦਾ ਸੀ, ਬੜੀਆਂ ਹਾਸੇ ਠੱਠੇ ਦੀਆਂ ਗੱਲਾਂ ਕਰਦਾ ਸੀ। ਅਕਬਰ ਦਾ ਚੇਤਾ ਰਹਿ ਗਿਆ, ਬੀਰਬਲ ਦਾ ਚੇਤਾ ਰਹਿ ਗਿਆ, ਪਰ ਭੁੱਲ ਗਿਆ ਸਾਨੂੰ ਭਾਈ ਗੁਰਦਾਸ।
जिन्हें अपनियां वारां दे कवितां राहीं गुरु ग्रंथ साहब जी की बाणी नूं रुशनाया ते दुनिया तक वंडण का यतन किया। जिहड़ी मैं बेनती कर रहा सां, भाई गुरदास जी ने अपनियां वारां विच उस वक्त भारत देश का एक अजोका दृश्य सी जिहड़ा उन्होंने बड़े प्यारे अपने शब्दों के विच कलमबंद किया है। भाई गुरदास जी कहते ने, कल आई कुत्ते मूही खाज हुआ मुरदार गुसाई। कहते संसार कुत्ते के मूँह वर्गा हो गया। हुण कुत्ते का सुभाव की हुंदा भला? कुत्ता रजिया भी होवे, कदी किते मूँह मारदा, कदी किते मूँह मारदा। ये कुत्ते का सुभाव हुंदा है। कदी किसी भांडे विच मूँह पाउणा, कदी किसी भांडे विच मूँह पाउणा। रोटी खा भी लई होवे तां भी धरती के थल्ले कोई भांडा पिया होवे, कुत्ते ने जाके मूँह उहदे विच भी पा लेना। भाई गुरदास जी कहते हैं समाज भी इदां दा हो गया। समाज की हालत भी इहो हो गई है। समाज भी थां थां मूँह मारना पसंद करता है। कल आई कुत्ते मूँही खाज हुआ मुरदार गुसाई। ते लोग अन्ने होए मांस खा रहे ने, पराया हक खा रहे ने। राजे पाप कमावंदे उल्टी वाड़ खेत को खाई। राजे पाप कमा रहे ने ते राजिਆਂ ਦਾ फर्ज की सी भला? प्रजा की रखिया करनी। हो इत्थे भी उल्टा रहा है। जे वाड़ ही खेत नूं साध संगत खा जाए तो खेत का बचाव कौन करेगा? जे धार्मिक आगू ही धर्म नूं खोरा लाउण लग पैण, धर्म का बचाव कौन करेगा? जे राजनीति में आने वाले बंदे ही राजनीति का बेड़ा गर्क करी जाण ते समाज का सुधार फिर कौन करेगा? समाज नूं सही दिशा देने वाले बंदे ही बेईमानियां दे राह ते तुर पैण, भला कौन करेगा? अपने आप नूं सभ्याचार की राखी अखवाउण वाले ही सभ्याचार का घाण करी जाण, सभ्याचार कित्थों बच सकेगा? बड़ा कुछ है समाज में जिहड़ा लगातार चल रहा। भाई गुरदास जी कहते ने, राजे पाप कमावंदे उल्टी वाड़ खेत को खाई। प्रजा अंधी ज्ञान बिन कूड़ कुसत मुखों आलाई। हो की रहा? कहते चेले साज वजाएंदे नचण गुरु बहुत विद पाई। चेले साज वजा रहे ने, गुरु उन्होंने साजां ते नच रहे हैं। अज जिहड़े अपने आप नूं पंजाब की धरती ते गुरु अखवाउंदे ने, बड़ियां तुहानूं कबरां पीरां दीयां दरगाहां मिल जाणगीਆਂ। चेले थल्ले खलोते हुंदे ने, गुरु स्टेज ते उन्हां दा नच रहा हुंदा है। अज भी संसार इदां ही हो रहा है। गुरु नानक साहब वेले दे हालात थोड़ी ने। श्लोक विच धन गुरु नानक साहब सच्चे पातशाह महाराज कहंदे जिन्हां नूं तुसीं रब बना के पूजिया, जिन्हां नूं तुसीं भगवान कहा, तुसीं उन्हां दीयां नकलां उतारियां। लोग थल्ले खलोते हस रहे ने, लोग थल्ले खलोते अपने भगवानां वल वेख रहे ने। उन्हां दे सिर 'च धूड़ मिट्टी घट्टा सारा कुछ पै रहा है, तो तुसीं उन्हां नूं भगवान भी कही जाते हो, तो उन्हां वल वेख वेख हसी भी जाते हो। कैसा रब है तुहाडा? किहो जे रब की पूजा हो रही है? महाराज कहते ने, वेखै लोक हसै कर जाए। लोग हसते ने, उदों बाद हस खेड़ के आपो अपने घर नूं तुर जाते हैं, मखौलां करके आपो अपने घर नूं तुर जाते हैं। अगे महाराज कहते हो पता की रहा है? रोटियां कारण पूरे ताल। रोटियां के कारण सिर्फ ताल पूरे जा रहे हैं, समा पास हो रहा है। हो काहदी खातर रहा है? रोटियां के कारण। ना मन में किसी के गुरु का डर है, तो ना ही मन में किसी के प्रेम है। सिर्फ रोटियां के कारण काज किए जा रहे हैं, रोटियां के कारण सिर्फ नकलां उतारियां जा रही ने। अगे महाराज कहते हैं, आप पछाड़ै धरती नाल। आप टुट चुके ने, बिल्कुल थक चुके ने, आप पछड़ चुके ने। सतगुरु कहते हैं, गावन गोपियाँ गावन कान। कोई गोपियाँ बन के स्वांग उतार रहा है, तो कान का मतलब होता है कृष्ण। कोई कृष्ण बन के स्टेज के उपर नच रहा है। कहते किदां दा माहौल है? अपने आप को जमीन पर भड़काउंदे ने, भोए ते मारते ने। आप पछाड़े धरती नाल, अपने आप को जमीन पर पटक रहे ने, मार रहे ने। तो कोई कृष्ण बनया होया, तो कोई उसकी गोपी बनया होया। एक पासे भगवान कही जाते हो, दूजे पासे उन्होंने नकलां उतारी जाते हो। किहो जी दशा है तुहाडी? गावन गोपियाँ गावन कान, गावन सीता राजे राम। तो गल कृष्ण तक तो गोपियाँ तक सीमित नहीं। रामचंद्र नूं इत्थों के लोगों ने भगवान कहा, इन्होंने रामचंद्र की भी नकल उतार ली। रामचंद्र भी बन के स्टेजां ते आए। रासधारियां ने रामचंद्र ते सीता के रूप बना के रासां पाइयां, लोगों के सामने नचे।
ਜਿੱਦਾਂ ਫਿਰ ਰਾਮਚੰਦਰ ਦੇ ਜੀਵਨ ਵਿੱਚ ਸਾਰਾ ਬਿਰਤਾਂਤ ਵਾਪਰਿਆ, ਉੱਦਾਂ ਸਟੇਜ ਤੋਂ ਸਾਰਾ ਹੀ ਉਹਨਾਂ ਨੇ ਲੋਕਾਂ ਨੂੰ ਵਿਖਾਇਆ। ਉੱਦਾਂ ਸਾਰਾ ਬਿਰਤਾਂਤ ਸਟੇਜ ਦੇ ਉੱਤੋਂ ਸਿਰਜਿਆ ਜਾਂਦਾ ਸੀ। ਮਹਾਰਾਜ ਕਹਿੰਦੇ ਤੁਸੀਂ ਅਸਲੀਅਤ ਨਾਲੋਂ ਟੁੱਟ ਚੁੱਕੇ ਹੋ, ਥੋੜ੍ਹਾ ਜਿਹਾ ਗੌਰ ਨਾਲ ਵੇਖੋ ਸਮਾਜ ਜਾ ਕਿਹੜੇ ਪਾਸੇ ਨੂੰ ਰਿਹਾ ਹੈ। ਇੱਕ ਪਾਸੇ ਰੱਬ ਕਹੀ ਜਾਂਦੇ ਹੋ, ਦੂਜੇ ਪਾਸੇ ਉਹਨਾਂ ਦਾ ਹੀ ਤੁਸੀਂ ਮਜ਼ਾਕ ਉਡਾਈ ਜਾਂਦੇ ਹੋ। ਕਹਿੰਦੇ ਗਾਵਨ ਸੀਤਾ ਰਾਜੇ ਰਾਮ, ਆਓ ਤੁਹਾਨੂੰ ਦੱਸੀਏ ਰੱਬ ਹੁੰਦਾ ਕੀ ਹੈ। ਆਓ ਮੈਂ ਤੁਹਾਨੂੰ ਦੱਸਦਾ ਰੱਬ ਦੀ ਅਸਲੀ ਵਿਚਾਰ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾ ਨਿਰਭਉ ਨਿਰੰਕਾਰ ਸਚ ਨਾਮ। ਉਹ ਕਮਲਿਓ, ਉਹਦਾ ਨਾਮ ਤੇ ਨਿਰਭਉ ਤੇ ਨਿਰੰਕਾਰ ਹੈ ਤੇ ਉਹ ਸਦਾ ਹੀ ਸੱਚਾ ਹੈ। ਤੁਸੀਂ ਨਕਲਾਂ ਉਤਾਰ ਰਹੇ ਹੋ ਉਹਦੀਆਂ। ਅਸਲੀਅਤ ਕਿੱਥੇ ਇਹਦੇ ਵਿੱਚ? ਰੱਬ ਕਿੱਥੇ ਤੁਹਾਨੂੰ ਵਿਖਾਈ ਦਿੰਦਾ ਹੈ? ਆਪ ਹੀ ਨਕਲਾਂ ਉਤਾਰਦੇ ਹੋ, ਆਪ ਹੀ ਵੇਖਦੇ ਹੋ, ਆਪ ਹੀ ਤੁਸੀਂ ਉਹ ਤੋਂ ਬਾਅਦ ਘਰੇ ਚਲੇ ਜਾਂਦੇ ਹੋ। ਰੱਬ ਨਾਲ ਜੁੜਨ ਵਾਲੀ ਗੱਲ ਕਿਹੜੀ ਕੀਤੀ ਇਹਦੇ ਵਿੱਚ? ਮਹਾਰਾਜ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਸਚ ਨਾਮ, ਜਾਂ ਕਾ ਕੀਆ ਸਗਲ ਜਹਾਨ। ਉਸ ਵਾਹਿਗੁਰੂ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ ਸਾਰਾ ਜਹਾਨ ਹੈ, ਜਿਨ੍ਹਾਂ ਦੀਆਂ ਤੁਸੀਂ ਨਕਲਾਂ ਉਤਾਰ ਰਹੇ ਹੋ। ਇਹ ਤਾਂ ਵਿਚਾਰੇ ਆਪ ਉਹਦੇ ਪੈਦਾ ਕੀਤੇ ਹੋਏ ਨੇ, ਇਹ ਤਾਂ ਵਿਚਾਰੇ ਆਪ ਉਹਦੇ ਇਕੱਲੇ ਹੋਏ ਨੇ। ਕਿਹਾ ਸੀ ਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਪੰਡਤ ਕਹਿੰਦਾ ਸੀ ਕ੍ਰਿਸ਼ਨ ਦਾ ਜਨਮ ਹੋਇਆ ਤੇ ਉਹ ਰੱਬ ਸੀ। ਰੱਬ ਦਾ ਜਨਮ ਭਾਦੋਂ ਸੁਦੀ 8 ਨੂੰ ਇਸ ਧਰਤੀ ਤੇ ਹੋਇਆ। ਰੱਬ ਭਾਦੋਂ ਸੁਦੀ 8 ਨੂੰ ਇਸ ਧਰਤੀ ਤੇ ਆਇਆ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਦੋਂ ਸੁਦੀ 8 ਨੂੰ ਜੇ ਰੱਬ ਇਸ ਧਰਤੀ ਤੇ ਆਇਆ ਤੇ ਬਾਕੀ ਥਿੱਤਾਂ ਕਿੱਥੇ ਗਈਆਂ ਫਿਰ? ਕਿ ਬਾਕੀ ਥਿੱਤਾਂ ਰੱਬ ਦੀਆਂ ਨਹੀਂ? ਕਿ ਬਾਕੀ ਤਰੀਕਾਂ ਰੱਬ ਦੀਆਂ ਪੈਦਾ ਕੀਤੀਆਂ ਹੋਈਆਂ ਨੇ? ਬਾਕੀ ਵੀ ਤਾਂ ਸਾਰਾ ਕੁਝ ਰੱਬ ਦਾ ਪੈਦਾ ਕੀਤਾ ਹੋਇਆ ਹੈ ਨਾ। ਸਗਲੀ ਥੀ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ। ਤੂੰ ਕਹਿ ਦਿੱਤਾ ਭਾਦੋਂ ਸੁਦੀ 8 ਨੂੰ ਕ੍ਰਿਸ਼ਨ ਦਾ ਜਨਮ ਹੋਇਆ, ਬਾਕੀ ਤਰੀਕਾਂ ਕਿੱਥੇ ਚਲੀਆਂ ਗਈਆਂ? ਤੇ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਸ਼ਬਦ ਵਿੱਚ ਬੜਾ ਕਰੜਾ ਫੈਸਲਾ ਕਰਦੇ ਨੇ ਤੇ ਸਾਨੂੰ ਸਮਝਾਉਂਦੇ। ਕਹਿੰਦੇ ਉਹ ਮੂੰਹ ਹੀ ਸੜ ਜਾਏ ਜਿਹੜਾ ਮੂੰਹ ਇਹ ਗੱਲ ਆਖੇ ਵੀ ਰੱਬ ਜੂਨਾਂ ਦੇ ਵਿੱਚ ਆਉਂਦਾ ਹੈ। ਰੱਬ ਜਨਮ ਤੇ ਮਰਨ ਤੋਂ ਰਹਿਤ ਹੈ, ਰੱਬ ਨਹੀਂ ਜੂਨਾਂ ਵਿੱਚ ਆਉਂਦਾ। ਇਹ ਬੰਦੇ ਦਾ ਭੁਲੇਖਾ ਹੈ। ਰੱਬ ਦਾ ਸਾਡੇ ਵਰਗਾ ਕੋਈ ਹੱਥ ਪੈਰ ਸਰੀਰ ਆਕਾਰ ਨਹੀਂ ਹੈ। ਵੱਖਰੀ ਗੱਲ ਹੈ ਦੁਨੀਆ ਨੇ ਕਦੀ ਕ੍ਰਿਸ਼ਨ ਜੀ ਨੂੰ ਭਗਵਾਨ ਆਖਿਆ, ਕਦੀ ਰਾਮਚੰਦਰ ਜੀ ਨੂੰ ਭਗਵਾਨ ਕਹਿ ਕੇ ਪੂਜਿਆ। ਸਤਿਗੁਰ ਦੀ ਬਾਣੀ ਕਹਿੰਦੀ ਸੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਤੇ ਦੁੱਖ ਦੀ ਗੱਲ ਸਾਧ ਸੰਗਤ ਦਾ ਜੇ ਹੈ, ਜਿਸ ਕ੍ਰਿਸ਼ਨ ਦੇ ਬਾਰੇ ਗੁਰਬਾਣੀ ਵਿੱਚ ਇਹ ਕਿਹਾ ਸੀ ਸਗਲ ਪ੍ਰਾਦ ਦੇ ਲਾਰੋਨੀ ਸੋ ਮੁਖ ਜੜੋ ਜਿਤ ਕਹੇ ਠਾਕੁਰ ਜੋਨੀ, ਉਸ ਕ੍ਰਿਸ਼ਨ ਦੀ ਜਨਮ ਅਸ਼ਟਮੀ ਅੱਜ ਗੁਰਦੁਆਰਿਆਂ ਵਿੱਚ ਮਨਾਈ ਜਾ ਰਹੀ ਹੈ। ਇਹ ਤੋਂ ਵੱਡੀ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ? ਗੁਰਦੁਆਰਿਆਂ ਦੇ ਵਿੱਚ ਕ੍ਰਿਸ਼ਨ ਦੀ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ, ਜਿਸ ਬਾਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲਿਖਿਆ ਸੀ ਜੇ ਭਾਦੋਂ ਸੁਦੀ 8 ਦਾ ਜਨਮ ਹੋਇਆ ਤੇ ਬਾਕੀ ਤਰੀਕਾਂ ਕਿੱਥੇ ਗਈਆਂ? ਫਿਰ ਰੱਬ ਨਹੀਂ ਜਨਮ ਮਰਨ ਦੇ ਵਿੱਚ ਆਉਂਦਾ, ਰੱਬ ਜੂਨਾਂ ਤੋਂ ਰਹਿਤ ਹੈ। ਜਿਹੜਾ ਬੰਦਾ ਰੱਬ ਨੂੰ ਆਖੇ ਜੂਨਾਂ ਵਿੱਚ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹਦਾ ਮੂੰਹ ਸੜ ਜਾਏ, ਉਹਦੀ ਜ਼ਬਾਨ ਸੜ ਜਾਏ। ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਪਰ ਅਸੀਂ ਵੀ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਤੁਸੀਂ ਭਰਮਾਂ ਤੇ ਭੁਲੇਖਿਆਂ ਵਿੱਚ ਫਸੇ ਹੋਏ ਹੋ। ਜਿਹੜਾ ਰੱਬ ਹੈ ਨਿਰਭਉ ਹੈ, ਨਿਰੰਕਾਰ ਹੈ, ਉਹਦਾ ਨਾਮ ਸਦਾ ਵਾਸਤੇ ਸੱਚਾ ਹੈ। ਕਹਿੰਦੇ ਜਾ ਕਾ ਕੀਆ ਸਗਲ ਜਹਾਨ, ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੋਇਆ। ਅਸੀਂ ਉਸ ਅਕਾਲ ਪੁਰਖ ਨਾਲ ਜੁੜਨਾ ਹੈ। ਨਕਲੀ ਭਗਵਾਨ ਜਿਹੜੇ ਲੋਕਾਂ ਨੇ ਤਿਆਰ ਕੀਤੇ ਹੋਏ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ 'ਚੋਂ ਅਸਲੀਅਤ ਗਵਾ ਚੁੱਕੀ ਹੈ। ਇਹ ਰੱਬ ਨਾਲੋਂ ਟੁੱਟੇ ਹੋਏ ਬੰਦੇ ਨੇ, ਰੱਬ ਨਾਲੋਂ ਇਹਨਾਂ ਦਾ ਵਿਛੋੜਾ ਹੋਇਆ ਹੈ। ਅਸੀਂ ਉਸ ਅਕਾਲ ਪੁਰਖ ਨਾਲੋਂ ਜੁੜਨਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਆਪਣਾ ਸੰਬੰਧ ਤੋੜਦੇ ਹੋਏ ਉਹਦਾ ਪ੍ਰੇਮ, ਉਹਦਾ ਭਾਵ ਆਪਣੇ ਜੀਵਨ ਵਿੱਚ ਪੈਦਾ ਕਰਨ ਦਾ ਯਤਨ ਕਰਨਾ ਹੈ। ਸੋ ਸਮਾਂ ਸਮਾਪਤ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ। ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਆਪ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਭੁੱਲਾਂ ਚੁੱਕਾਂ ਮੇਰੀਆਂ, ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।